Hello, dear students. Today we will start the next chapter, control and coordination. Control and coordinations. ਇਸ ਨੂੰ ਅਸੀਂ ਬਰੀਫਲੀ ਹੀ ਸਟੱਡੀ ਕਰਾਂਗੇ। ਬੇਟੇ ਅਸੀਂ ਹਰ ਰੋਜ਼ ਆਪਣੀ ਲਾਈਫ ਦੇ ਵਿੱਚ ਕਈ ਐਕਟੀਵਿਟੀਜ਼ ਦੇਖਦੇ ਹਾਂ, ਕਈ ਮੂਵਮੈਂਟਸ ਦੇਖਦੇ ਹਾਂ, ਜਿਵੇਂ ਇੱਕ ਕੈਟ ਰਨਿੰਗ, ਇੱਕ ਬਿੱਲੀ ਦੌੜ ਰਹੀ ਹੈ, ਚਿਲਡਰਨ ਪਲੇਇੰਗ ਔਨ ਸਵਿੰਗਸ, ਬੱਚੇ ਝੂਲਿਆਂ 'ਤੇ ਖੇਡਦੇ ਹਨ, ਬੈਫਲੋਜ਼ ਚਿਊਇੰਗ ਕਡਸ, ਜੋ ਮੱਝਾਂ ਹਨ, ਗਾਵਾਂ ਹਨ, ਉਹ ਭੋਜਨ ਨੂੰ ਚਬਾਉਂਦੀਆਂ ਹਨ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਅਸੀਂ ਦੇਖਦੇ ਹਾਂ। ਦੀ ਕੈਟ ਮੇ ਬੀ ਰਨਿੰਗ ਬਿਕੋਜ਼ ਇਟ ਹੈਜ਼ ਸੀਨ ਏ ਮਾਊਸ। ਬਿੱਲੀ ਕਿਉਂ ਦੌੜਦੀ ਹੈ? ਸ਼ਾਇਦ ਉਸਨੇ ਜੋ ਚੂਹੇ ਨੂੰ ਵੇਖ ਲਿਆ ਹੈ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼, ਜਿਵੇਂ ਅਸੀਂ ਗਰਮ ਚੀਜ਼ ਨੂੰ ਟੱਚ ਕਰ ਲਈਏ ਤਾਂ ਅਸੀਂ ਇੱਕਦਮ ਆਪਣਾ ਹੱਥ ਹੈ ਜਿਹੜਾ ਪਰੇ ਕਰ ਲੈਂਦੇ ਹਾਂ। ਸਾਡੀਆਂ ਅੱਖਾਂ ਦੇ ਉੱਤੇ ਸੂਰਜ ਦੀ ਲਾਈਟ ਪੈਂਦੀ ਹੈ ਤਾਂ ਅਸੀਂ ਤੁਰੰਤ ਹੀ ਅੱਖਾਂ ਦੇ ਉੱਪਰ ਹੱਥ ਰੱਖ ਲੈਂਦੇ ਹਾਂ। ਇਹ ਸਾਰੀ ਇਸੇ ਤਰ੍ਹਾਂ ਪਲਾਂਟਸ ਦੇ ਵਿੱਚ ਟੱਚ ਮੀ ਨਾਟ ਪਲਾਂਟ ਹੈ, ਉਸ ਨੂੰ ਹੱਥ ਲਾਉਂਦੇ ਹਾਂ ਤਾਂ ਉਸਦੇ ਪੱਤੇ ਮੁਰਝਾ ਜਾਂਦੇ ਹਨ। ਇਹ ਐਕਟੀਵਿਟੀਜ਼ ਕਿਉਂ ਹੁੰਦੀਆਂ ਹਨ? ਕੀ ਕਾਰਨ ਹੈ? ਇਟ ਮੀਨਸ ਕੋਈ ਨਾ ਕੋਈ ਇੱਥੇ ਐਸਾ ਸਿਸਟਮ ਹੈ ਜੋ ਸਾਡੀ ਬਾਡੀ ਨੂੰ ਕੰਟਰੋਲ ਕਰਦਾ ਹੈ, ਜਿਸ ਕਰਕੇ ਅਸੀਂ ਐਕਟੀਵਿਟੀਜ਼ ਕਰਦੇ ਹਾਂ। ਅਸੀਂ ਸਨੇਕ ਦੇਖਦੇ ਹਾਂ, ਇੱਕਦਮ ਰੁਕ ਜਾਂਦੇ ਹਾਂ ਜਾਂ ਦੌੜ ਜਾਂਦੇ ਹਾਂ। ਕਿਹੜਾ ਸਿਸਟਮ ਐਕਟੀਵਿਟੀ ਕਰਾਉਂਦਾ ਹੈ? ਸੋ ਲਿਵਿੰਗ ਆਰਗੇਨਿਜ਼ਮ ਮਸਟ ਯੂਜ਼ ਸਿਸਟਮ। ਜਿੰਨੇ ਲਿਵਿੰਗ ਆਰਗੇਨਿਜ਼ਮ ਨੇ ਉਹ ਇੱਕ ਸਿਸਟਮ ਨੂੰ ਯੂਜ਼ ਕਰਦੇ ਹਨ, ਪ੍ਰੋਵਾਈਡਿੰਗ ਕੰਟਰੋਲ ਐਂਡ ਕੋਆਰਡੀਨੇਸ਼ਨ, ਜਿਹੜਾ ਸਾਡੀ ਬਾਡੀ ਦੇ ਵਿੱਚ ਕੰਟਰੋਲ ਅਤੇ ਕੋਆਰਡੀਨੇਸ਼ਨ ਕਰਦਾ ਹੈ। ਸੋ ਇਸ ਕੰਟਰੋਲ ਅਤੇ ਕੋਆਰਡੀਨੇਸ਼ਨ ਲਈ ਸਾਡੀ ਬਾਡੀ ਦੇ ਵਿੱਚ ਸਪੈਸ਼ਲ ਟਿਸ਼ੂ ਅਤੇ ਸਪੈਸ਼ਲ ਔਰਗਨ ਹਨ। ਇਨ ਕੀਪਿੰਗ ਵਿਦ ਦਾ ਜਨਰਲ ਪ੍ਰਿੰਸੀਪਲਸ ਆਫ ਦਾ ਬਾਡੀ ਆਰਗੇਨਾਈਜੇਸ਼ਨ ਇਨ ਮਲਟੀਸੈਲੂਲਰ ਔਰਗੈਨਿਜ਼ਮ, ਮਲਟੀਸੈਲੂਲਰ ਔਰਗੈਨਿਜ਼ਮ ਦੇ ਵਿੱਚ ਸਪੈਸ਼ਲਾਈਜ਼ਡ ਟਿਸ਼ੂ, ਸਪੈਸ਼ਲ ਟਿਸ਼ੂ ਆਰ ਯੂਜ਼ਡ ਟੂ ਪ੍ਰੋਵਾਈਡ ਦੀਜ਼ ਕੰਟਰੋਲ ਐਂਡ ਕੋਆਰਡੀਨੇਸ਼ਨ। ਜਿਹੜੇ ਇਸ ਸਿਸਟਮ ਨੂੰ ਕੰਟਰੋਲ ਕਰਦੇ ਹਨ, ਉਸ ਸਿਸਟਮ ਨੂੰ ਕਿਹਾ ਜਾਂਦਾ ਹੈ ਕੰਟਰੋਲ ਐਂਡ ਕੋਆਰਡੀਨੇਸ਼ਨ। ਚੈਪਟਰ ਦੇ ਵਿੱਚ ਅਸੀਂ ਇਹ ਪੜ੍ਹਨਾ ਹੈ ਉਹ ਕਿਹੜਾ ਸਿਸਟਮ ਹੈ। ਸਾਡਾ ਬ੍ਰੇਨ ਹੈ, ਸਪਾਈਨਲ ਕੋਡ ਹੈ, ਸਾਰਾ ਨਰਵਸ ਸਿਸਟਮ ਜੋ ਸਾਡੀ ਬਾਡੀ ਦੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦਾ ਹੈ। ਸੋ ਇਸ ਚੈਪਟਰ ਦੇ ਵਿੱਚ ਅਸੀਂ ਪਹਿਲੇ ਜੋ ਪੈਰੇ ਹਨ, ਜਿੰਨੀਆਂ ਐਕਟੀਵਿਟੀਜ਼ ਹਨ, ਉਸ ਲਈ ਕੋਈ ਸਿਸਟਮ ਹੈ ਬਾਡੀ ਦੇ ਵਿੱਚ, ਸਾਰਾ ਹੀ ਬੜਾ ਕੌਨਸ਼ੀਅਸਲੀ ਹੋ ਰਿਹਾ ਹੈ, ਧਿਆਨ ਨਾਲ ਹੋ ਰਿਹਾ ਹੈ। ਬਾਡੀ ਦੇ ਵਿੱਚ ਤੁਰਦੇ ਹਾਂ। ਕਲਾਸ ਦੇ ਵਿੱਚ ਇੱਥੇ ਲਿਖਿਆ, ਜਦੋਂ ਬੱਚੇ ਵੈਨ ਵੀ ਵਾਂਟ ਟੂ ਟਾਕ ਟੂ ਆਵਰ ਫਰੈਂਡਸ ਇਨ ਕਲਾਸ ਵੀ ਵੈਸਪਰ ਰੈਦਰ ਦੈਨ ਸਾਊਟਿੰਗ ਲਾਊਡਲੀ। ਜਦੋਂ ਕਲਾਸ ਵਿੱਚ ਬੱਚੇ ਗੱਲ ਕਰਦੇ ਹਨ ਤਾਂ ਹੌਲੀ ਗੱਲ ਕਰਨਗੇ, ਟੀਚਰ ਦੀ ਐਬਸੈਂਟ 'ਚ ਗੱਲ ਕਰਨਗੇ, ਉੱਚੀ ਕਰਨਗੇ। ਸੋ ਸਾਨੂੰ ਕੋਈ ਸੈਂਸ ਹੈ, ਸਾਨੂੰ ਕੋਈ ਸਿਸਟਮ ਕੰਟਰੋਲ ਕਰ ਰਿਹਾ ਹੈ। ਦੈਟ ਸਿਸਟਮ ਇਜ਼ ਕੰਟਰੋਲ ਐਂਡ ਕੋਆਰਡੀਨੇਸ਼ਨ। ਕੰਟਰੋਲ ਮੀਨਸ ਕਾਬੂ ਕਰਨਾ, ਕੋਆਰਡੀਨੇਸ਼ਨ ਮੀਨਸ ਤਾਲਮੇਲ। ਕੋਈ ਸਾਡੀ ਬਾਡੀ ਨੂੰ ਕੰਟਰੋਲ ਕਰ ਰਹੀ ਹੈ, ਸਾਡੀ ਬਾਡੀ 'ਚ ਕੋਆਰਡੀਨੇਸ਼ਨ ਬਣਾ ਰਹੀ ਹੈ ਕਿ ਕਦੋਂ ਹੌਲੀ ਬੋਲਣਾ, ਕਦੋਂ ਉੱਚੀ ਬੋਲਣਾ, ਕਿੱਧਰ ਨੂੰ ਜਾਣਾ, ਕਦੋਂ ਖਾਣਾ, ਭੁੱਖ ਕਿਵੇਂ ਲੱਗਦੀ ਆ, ਕਿਵੇਂ ਪਤਾ ਲੱਗਦਾ ਹੈ। ਸੋ ਸਾਰਾ ਇਹ ਜੋ ਸਿਸਟਮ ਹੈ ਸਾਡੀ ਬਾਡੀ 'ਚ, ਕੰਟਰੋਲ ਐਂਡ ਕੋਆਰਡੀਨੇਸ਼ਨ। ਸੋ ਫਸਟ ਵੀ ਵਿਲ ਡਿਸਕਸ ਐਨੀਮਲ ਨਰਵਸ ਸਿਸਟਮ। ਐਨੀਮਲਸ ਦੇ ਵਿੱਚ ਕਿਹੜਾ ਨਰਵਸ ਸਿਸਟਮ ਹੈ? ਇਨ ਐਨੀਮਲਸ ਸੱਚ ਕੰਟਰੋਲ ਐਂਡ ਕੋਆਰਡੀਨੇਸ਼ਨ ਆਰ ਪ੍ਰੋਵਾਈਡਡ ਬਾਏ ਨਰਵਸ ਐਂਡ ਮਸਕੂਲਰ ਟਿਸ਼ੂ। ਐਨੀਮਲਸ ਦੇ ਵਿੱਚ ਇੱਕ ਨਰਵਸ ਟਿਸ਼ੂ ਆ ਅਤੇ ਇੱਕ ਮਸਕੂਲਰ ਟਿਸ਼ੂ ਆ ਜਿਹੜਾ ਸਿਸਟਮ ਪ੍ਰੋਵਾਈਡ ਕਰਦਾ। ਤੁਸੀਂ 9th 'ਚ ਵੀ ਪੜ੍ਹਿਆ ਹੈ, ਨਰਵਸ ਟਿਸ਼ੂ ਅਤੇ ਮਸਕੂਲਰ ਟਿਸ਼ੂ। ਨਰਵ ਟਿਸ਼ੂ ਕਿਹੜਾ ਹੈ? ਨਿਊਰੋਨ। ਸਟਰਕਚਰ ਆਫ ਨਿਊਰੋਨ। ਇਸ ਦੇ ਵਿੱਚ ਇੱਕ ਡੈਂਡਰਾਈਟਸ ਹਨ। ਇੱਥੇ
ਥੋੜ੍ਹਾ ਇਸ ਨੂੰ ਜ਼ੂਮ ਕਰਕੇ ਦਿਖਾਇਆ ਗਿਆ ਡੈਂਡਰਾਈਟਸ। ਜਦੋਂ ਵੀ ਸਾਡੇ ਸੈਂਸ ਔਰਗਨਸ ਹਨ ਜਿਹੜੇ ਉਹ ਕਦੇ ਵੀ ਕਿਸੇ ਵੀ ਟੱਚ ਵਿੱਚ ਆਉਂਦੇ ਹਨ, ਹੀਟ ਦੇ ਵਿੱਚ ਆਉਂਦੇ, ਹੀਟ ਨੂੰ ਟੱਚ ਵਿੱਚ ਆਉਂਦੇ ਹਨ, ਜਾਂ ਕੋਈ ਵੀ ਇਨਵਾਇਰਨਮੈਂਟਲ ਫੈਕਟਰ ਹੈ ਕਿਸੇ ਵੀ ਟੱਚ ਵਿੱਚ ਆਉਂਦੇ ਹਨ, ਤਾਂ ਸਭ ਤੋਂ ਪਹਿਲਾਂ ਜਿਹੜਾ ਸਿਗਨਲ ਹੈ ਇਟ ਇਜ਼ ਰਿਸੀਵਡ ਬਾਈ ਡੈਂਡਰਾਈਟਸ। ਜੋ ਐਂਡ ਵਾਲੀਆਂ ਬ੍ਰਾਂਚਿਸ ਹਨ ਦੀਜ਼ ਆਰ ਕਾਲਡ ਡੈਂਡਰਾਈਟਸ। ਡੈਂਡਰਾਈਟਸ ਸਿਗਨਲ ਰਿਸੀਵ ਕਰ ਲੈਂਦੇ ਹਨ ਅਤੇ ਇਹ ਫਿਰ ਅੱਗੇ ਸੈੱਲ ਬਾਡੀ ਨੂੰ ਦੇ ਦਿੰਦੇ ਹਨ। ਸਿਗਨਲ ਰਿਸੀਵ ਕਰਕੇ ਸੈੱਲ ਬਾਡੀ ਨੂੰ ਦੇ ਦਿੱਤਾ ਜਾਂਦਾ ਹੈ। ਇਹ ਇੱਕ ਇਲੈਕਟ੍ਰੀਕਲ ਸਿਗਨਲ ਹੈ। ਕਿਹੜਾ ਸਿਗਨਲ ਹੈ? ਇਲੈਕਟ੍ਰੀਕਲ ਸਿਗਨਲ। ਅਤੇ ਇਹ ਸਿਗਨਲ ਅੱਗੇ ਅਕਸ਼ਨ ਰਾਹੀਂ ਫਾਰਵਰਡ ਕੀਤਾ ਜਾਂਦਾ ਹੈ। ਡੈਂਡਰਾਈਟ ਸਿਗਨਲ ਰਿਸੀਵ ਕਰਦੇ ਨੇ, ਸੈੱਲ ਬਾਡੀ ਨੂੰ ਦੇ ਦਿੰਦੇ ਨੇ ਅਤੇ ਅੱਗੇ ਅਕਸ਼ਨ ਰਾਹੀਂ ਮੂਵ ਕਰਦਾ ਅਤੇ ਕਿੱਥੇ ਚਲੇ ਜਾਂਦੇ ਨੇ? ਨਰਵ ਐਂਡਿੰਗ 'ਤੇ। ਨਰਵ ਐਂਡਿੰਗ 'ਤੇ ਜਦੋਂ ਇਹ ਸਿਗਨਲ ਨਰਵ ਐਂਡਿੰਗ 'ਤੇ ਜਾਂਦਾ ਹੈ ਤਾਂ ਉੱਥੇ ਨਰਵ ਐਂਡਿੰਗ ਰਿਸੀਵ ਰਿਲੀਜ਼ ਕੈਮੀਕਲ। ਨਰਵ ਐਂਡਿੰਗ ਕੈਮੀਕਲ ਰਿਲੀਜ਼ ਕਰ ਦਿੰਦਾ ਹੈ। ਉਹ ਕੈਮੀਕਲ ਨੂੰ ਫਿਰ ਕੌਣ ਰਿਸੀਵ ਕਰ ਲੈਂਦਾ ਹੈ? ਜੋ ਨੈਸਟ ਨਿਊਰੋਨ ਹੈ। ਜੋ ਨੈਸਟ ਨਿਊਰੋਨ ਦੀਆਂ ਡੈਂਡਰਾਈਟਸ ਹਨ ਉਹ ਰਿਸੀਵ ਕਰ ਲੈਂਦੀਆਂ ਹਨ ਅਤੇ ਫਿਰ ਉਹੀ ਪ੍ਰੋਸੀਜਰ ਇਹ ਸੈੱਲ ਬਾਡੀ ਨੂੰ ਦਿੱਤਾ ਜਾਂਦਾ ਹੈ ਅਤੇ ਅਕਸ਼ਨ ਰਾਹੀਂ ਅੱਗੇ ਫਿਰ ਨਰਵ ਐਂਡ 'ਤੇ ਚਲਿਆ ਜਾਂਦਾ ਹੈ ਅਤੇ ਨਰਵ ਐਂਡ ਫਿਰ ਨੈਕਸਟ ਨਿਊਰੋਨ ਨੂੰ ਇਹ ਸਿਗਨਲ ਪਾਸ ਆਊਟ ਕਰ ਦਿੰਦਾ ਹੈ। ਇੱਕ ਵਾਰ ਫਿਰ ਸਮਝਣਾ, ਸਭ ਤੋਂ ਪਹਿਲਾਂ ਜਦੋਂ ਵੀ ਸਾਡੀ ਬਾਡੀ ਜਿਵੇਂ ਹੌਟ ਬਾਡੀ ਨੂੰ ਟੱਚ ਕਰਦੀ ਆ ਤਾਂ ਸਿਗਨਲ ਕੌਣ ਰਿਸੀਵ ਕਰਦਾ? ਡੈਂਡਰਾਈਟਸ। ਸੋ ਡੈਂਡਰਾਈਟਸ ਸੈੱਲ ਬਾਡੀ ਨੂੰ ਸਿਗਨਲ ਦਿੰਦਾ ਹੈ ਅਤੇ ਅਕਸ਼ਨ ਰਾਹੀਂ ਸਿਗਨਲ ਅੱਗੇ ਮੂਵ ਕਰਕੇ ਨਰਵ ਐਂਡ 'ਤੇ ਚਲਿਆ ਜਾਂਦਾ ਅਤੇ ਨਰਵ ਐਂਡ ਇੱਕ ਕੈਮੀਕਲ ਰਿਲੀਜ਼ ਕਰ ਦਿੰਦੇ ਨੇ। ਜਿਹੜੀ ਇਲੈਕਟ੍ਰੀਕਲ ਸਿਗਨਲ ਆ ਉਹ ਕਿਹੜੇ ਸਿਗਨਲ 'ਚ ਕਨਵਰਟ ਹੋ ਗਿਆ? ਕੈਮੀਕਲ। ਅਤੇ ਉੱਥੋਂ ਅਗਲਾ ਨਿਊਰੋਨ ਦੇ ਡੈਂਡਰਾਈਟਸ ਇਸ ਕੈਮੀਕਲ ਨੂੰ ਰਿਸੀਵ ਕਰ ਲੈਂਦੇ ਨੇ ਅਤੇ ਫਿਰ ਕੈਮੀਕਲ ਸਿਗਨਲ ਕਾਹਦੇ 'ਚ ਵਰਤਿਆ ਜਾਂਦਾ? ਇਲੈਕਟ੍ਰੀਕਲ ਸਿਗਨਲ ਦੇ ਵਿੱਚ। ਜਿੰਨੀ ਦੇਰ ਨਿਊਰੋਨ ਦੇ ਵਿੱਚ ਸਿਗਨਲ ਚੱਲਦਾ ਹੈ ਉਹ ਇਲੈਕਟ੍ਰੀਕਲ ਚੱਲਦਾ ਹੈ ਅਤੇ ਜਦੋਂ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ 'ਚ ਟਰਾਂਸਫਰ ਹੁੰਦਾ ਹੈ ਤਾਂ ਕੈਮੀਕਲ ਰਾਹੀਂ ਟਰਾਂਸਫਰ ਹੁੰਦਾ ਹੈ। ਸੋ ਇਸ ਨੂੰ ਹੁਣ ਧਿਆਨ ਨਾਲ ਸੁਣਨਾ। ਵੀ ਨੀਡ ਟੂ ਡਿਟੈਕਟ ਇਟ ਐਂਡ ਰਿਸਪੌਂਡ ਟੂ ਇਟ। ਜਦੋਂ ਵੀ ਅਸੀਂ ਕਿਸੇ ਹੌਟ ਬਾਡੀ ਨੂੰ ਟੱਚ ਕਰਦੇ ਹਾਂ ਤਾਂ ਸਾਨੂੰ ਉਸ ਨੂੰ ਡਿਟੈਕਟ ਕਰਨ ਦੀ ਲੋੜ ਹੈ ਅਤੇ ਉਸ ਨੂੰ ਰਿਸਪੌਂਸ ਦੇਣਾ ਹੈ ਦੁਬਾਰਾ। ਹਾਊ ਵੀ ਕੈਨ ਡਿਟੈਕਟ? ਵੀ ਆਰ ਟੱਚਿੰਗ ਏ ਹੌਟ ਆਬਜੈਕਟ। ਜਦੋਂ ਹੌਟ ਆਬਜੈਕਟ ਨੂੰ ਟੱਚ ਕਰਦੇ ਹਾਂ ਤਾਂ ਸਾਨੂੰ ਕਿਵੇਂ ਪਤਾ ਲੱਗਦਾ ਹੈ? ਸੋ ਸਾਡੇ ਬਾਡੀ ਦੇ ਵਿੱਚ ਕੀ ਹਨ? ਤੁਸੀਂ ਪੜ੍ਹਿਆ 5 ਸੈਂਸ ਔਰਗਨ ਸੱਚ ਐਜ਼ ਈਅਰ, ਨੋਜ਼, ਟੰਗ, ਸਕਿਨ ਐਟਸੈਟਰਾ। ਇਹ ਸਾਰੇ ਸਿਗਨਲ ਰਿਸੀਵ ਕਰਦੇ ਹਨ। ਸੋ ਗਸਟੇਟਰੀ ਰਿਸੈਪਟਰਸ ਵਿਲ ਡਿਟੈਕਟ ਟੇਸਟ। ਜੋ ਜੀਭ ਉੱਤੇ ਹਨ ਗਸਟੇਟਰੀ ਰਿਸੈਪਟਰਸ, ਟੰਗਸ ਜਿਹੜੀ ਆ ਉਹ ਟੇਸਟ ਨੂੰ ਡਿਟੈਕਟ ਕਰਦੀ ਆ। ਵਾਈਲ ਔਲਫੈਕਟਰੀ ਰਿਸੈਪਟਰਸ ਵਿਲ ਡਿਟੈਕਟ ਸਮੈਲ। ਅਤੇ ਸਾਡੇ ਨੋਜ਼ ਦੇ ਵਿੱਚ ਹਨ ਜਿਹੜੇ ਔਲਫੈਕਟਰੀ ਰਿਸੈਪਟਰਸ ਜਿਹੜੇ ਸਮੈਲ ਨੂੰ ਡਿਟੈਕਟ ਕਰਦੇ ਹਨ। ਸੋ ਦਿਸ ਇਨਫੋਰਮੇਸ਼ਨ ਰਿਕੁਆਇਰਡ ਐਟ ਦਾ ਐਂਡ ਆਫ ਡੈਂਡਰਾਈਟ ਸਟੈਪ। ਇਹ ਸਾਰੀ ਜੋ ਇਹ ਨਿਊਰੋਨ ਹਨ ਸਾਡੀ ਸਾਰੀ ਬਾਡੀ ਵਿੱਚ ਹਨ, ਸਾਰੀ ਹੀ ਸਕਿਨ ਦੇ ਵਿੱਚ ਹਨ। ਦੀ ਇਨਫੋਰਮੇਸ਼ਨ ਰਿਕੁਆਇਰਡ ਐਟ ਦਾ ਐਂਡ ਆਫ ਡੈਂਡਰਾਈਟ ਸਟੈਪ। ਡੈਂਡਰਾਈਟ ਸਟੈਪ 'ਤੇ ਜੋ ਇਨਫੋਰਮੇਸ਼ਨ ਲੈ ਲਈ ਸੈਟਸ ਆਫ ਏ ਕੈਮੀਕਲ ਰਿਐਕਸ਼ਨ। ਇੱਕ ਕੈਮੀਕਲ ਰਿਐਕਸ਼ਨ ਹੋਏਗੀ ਜਦੋਂ ਇਹਨੇ ਰਿਸੀਵ ਕਰਨਾ। ਦੈਟ ਕ੍ਰੀਏਟ ਏ ਇਲੈਕਟ੍ਰੀਕਲ ਇੰਪਲਸ। ਫਿਰ ਇੱਕ ਇਲੈਕਟ੍ਰੀਕਲ ਇੰਪਲਸ ਚੱਲੇਗੀ। ਦਿਸ ਇੰਪਲਸ ਟਰੈਵਲਸ ਫਰੋਮ ਡੈਂਡਰਾਈਟਸ ਟੂ ਸੈੱਲ ਬਾਡੀ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੈੱਲ ਬਾਡੀ ਚਲੇ ਜਾਵੇਗੀ ਐਂਡ ਦੈਨ ਅਲੋਂਗ ਦਾ ਅਕਸ਼ਨ ਟੂ ਇਟਸ ਐਂਡ। ਅਕਸ਼ਨ ਦੇ ਵਿੱਚ ਹੀ ਹੁੰਦੀ ਹੋਈ ਐਂਡ 'ਤੇ ਚਲੀ ਜਾਵੇਗੀ। ਐਟ ਦਾ ਐਂਡ ਆਫ ਅਕਸ਼ਨ ਦੀ ਇਲੈਕਟ੍ਰੀਕਲ impulse sets off the release of some chemicals। ਇਲੈਕਟ੍ਰੀਕਲ ਇੰਪਲਸ ਇੱਥੇ ਇੱਕ ਕੈਮੀਕਲ ਰਿਲੀਜ਼ ਕਰ ਦੇਵੇਗੀ। these chemicals cross the gap।
ਇਹ ਨਰਵ ਐਂਡ ਹਨ। ਇੱਥੋਂ ਇਹ ਕੈਮੀਕਲ ਇੱਕ ਗੈਪ ਕਵਰ ਕਰੇਗਾ ਅਗਲੇ ਡੈਂਡਰਾਈਟਸ ਤੱਕ। ਇਹਦੇ ਵਿੱਚ ਇੱਕ ਗੈਪ ਹੈ ਜਿਸ ਨੂੰ ਸਾਈਨੈਪ ਵੀ ਕਿਹਾ ਜਾਂਦਾ ਹੈ, ਸਾਈਨੈਪਸ। These chemical cross the gap called synapse and starting a similar electrical impulse in the dendrites of next neuron। ਤੇ ਅਗਲੇ ਨਿਊਰੋਨ ਦੇ ਡੈਂਡਰਾਈਟਸ ਨੂੰ ਇਹ ਕੈਮੀਕਲ ਟੱਚ ਕਰੇਗਾ। This is the general scheme how nervous impulses travel in the body। ਇਹ ਇੱਕ ਜਨਰਲ ਸਕੀਮ ਹੈ ਕਿ ਸਾਡੀ ਬਾਡੀ ਦੇ ਵਿੱਚ ਸਿਗਨਲ ਕਿਵੇਂ ਚੱਲਦਾ ਹੈ। ਕੋਈ ਵੀ ਸਿਗਨਲ, ਚਾਹੇ ਸਾਊਂਡ ਸਿਗਨਲ ਹੈ, ਸਮੈਲ ਹੈ ਜਾਂ ਹੌਟ ਬਾਡੀ ਹੈ, ਉਸ ਨੂੰ ਡੈਂਡਰਾਈਟਸ ਨੇ ਰਿਸੀਵ ਕਰਨਾ ਅਤੇ ਸੈੱਲ ਬਾਡੀ ਨੂੰ ਦੇ ਦੇਣਾ। ਐਕਸ਼ਨ ਰਾਹੀਂ ਨਰਵ ਐਂਡ 'ਤੇ ਚਲਿਆ ਜਾਣਾ। ਉੱਥੇ ਇੱਕ ਕੈਮੀਕਲ ਰਿਲੀਜ਼ ਹੋਏਗਾ ਜਿਹੜਾ ਇੱਕ ਗੈਪ ਨੂੰ ਵਿੱਚ ਹੀ ਜਾ ਕੇ ਅਗਲੇ ਨਿਊਰੋਨ ਦੇ ਡੈਂਡਰਾਈਟਸ 'ਤੇ ਪਹੁੰਚੇਗਾ। ਸੋ ਇੱਥੇ ਅਸੀਂ ਕੀ ਸਿੱਖਣਾ ਹੈ? ਆਈਡੈਂਟੀਫਾਈ ਦੀ ਪਾਰਟਸ ਆਫ ਨਿਊਰੋਨ। ਨਿਊਰੋਨ ਦੇ ਪਾਰਟ ਕਿਹੜੇ ਕਿਹੜੇ ਹਨ ਦੇਖ ਲਿਆ ਤੁਸੀਂ, ਡੈਂਡਰਾਈਟਸ, ਸੈੱਲ ਬਾਡੀ, ਐਕਸ਼ਨ, ਨਰਵ ਐਂਡ। ਵੇਅਰ ਇਨਫੋਰਮੇਸ਼ਨ ਇਜ਼ ਰਿਕੁਆਇਰਡ, ਵੇਅਰ ਇਨਫੋਰਮੇਸ਼ਨ ਇਜ਼ ਰਿਕੁਆਇਰਡ, ਕਿੱਥੇ ਇਨਫੋਰਮੇਸ਼ਨ ਲੈਣੀ ਹੈ? ਡੈਂਡਰਾਈਟਸ 'ਤੇ। ਥਰੂ ਵਿਚ ਇਨਫੋਰਮੇਸ਼ਨ ਟਰੈਵਲਸ ਐਜ਼ ਐਨ ਇਲੈਕਟ੍ਰੀਕਲ ਇੰਪਲਸ, ਇਲੈਕਟ੍ਰੀਕਲ ਇੰਪਲਸ ਦੇ ਵਿੱਚ ਇਨਫੋਰਮੇਸ਼ਨ ਕਿੱਥੇ ਜਾਂਦੀ ਹੈ? ਨਿਊਰੋਨ ਦੇ ਵਿੱਚ। ਵੇਅਰ ਦੀ ਇੰਪਲਸ ਮਸਟ ਬੀ ਕਨਵਰਟਡ ਇਨਟੂ ਕੈਮੀਕਲ ਸਿਗਨਲ, ਕਿੱਥੇ ਜਾ ਕੇ ਇੰਪਲਸ ਕੈਮੀਕਲ ਸਿਗਨਲ 'ਚ ਬਦਲਦੀ ਹੈ? ਐਟ ਦਾ ਨਰਵ ਐਂਡ। ਔਨਵਰਡ ਟਰਾਂਸਮਿਸ਼ਨ, ਅਗਲੀ ਟਰਾਂਸਮਿਸ਼ਨ ਲਈ। ਸੋ ਇਸ ਤਰ੍ਹਾਂ ਸਾਡੀ ਬਾਡੀ ਦੇ ਵਿੱਚ ਜਿਹੜਾ ਸਿਗਨਲ ਹੈ ਉਹ ਚੱਲਦਾ ਹੈ। ਵਟ ਹੈਪਨ ਇਨ ਦਾ ਰਿਫਲੈਕਸ ਐਕਸ਼ਨ, ਰਿਫਲੈਕਸ ਐਕਸ਼ਨ ਕੀ ਹੈ? Reflex is a word we use commonly when we talk about the sudden action। ਕੋਈ ਵੀ sudden action ਉਸ ਨੂੰ reflex action ਕਿਹਾ ਜਾਂਦਾ ਹੈ। We jumped out the way of a bus reflexly, ਇੱਕ ਬੱਸ ਆਉਂਦੀ ਹੈ, ਅਸੀਂ ਇੱਕਦਮ ਪਰੇ ਹੋ ਜਾਂਦੇ ਹਾਂ। I pulled my hand from a flame reflexly, ਇੱਕ ਲਾਟ 'ਤੇ ਜਦੋਂ ਹੱਥ ਜਾਂਦਾ ਹੈ ਤਾਂ ਇੱਕਦਮ ਅਸੀਂ ਪਿੱਛੇ ਖਿੱਚ ਲੈਂਦੇ ਹਾਂ। I was so hungry my mouth started watering reflexly, ਭੁੱਖ ਲੱਗਣ ਦੇ ਮੂੰਹ ਵਿੱਚ ਪਾਣੀ ਆਉਣਾ। ਇਹ ਸਡਨ ਐਕਸ਼ਨ ਹਨ। ਸੋ these sudden actions, the common idea in all such examples is that we doing something without thinking about it, ਬਿਨਾਂ ਸੋਚੇ ਤੁਰੰਤ ਹੀ ਕੰਮ ਕਰ ਦੇਣਾ, ਉਸ ਨੂੰ ਕੀ ਕਿਹਾ ਜਾਂਦਾ ਹੈ? ਰਿਫਲੈਕਸ ਐਕਸ਼ਨ। ਸੋ ਇਹ ਰਿਫਲੈਕਸ ਐਕਸ਼ਨ ਦੀ ਡੈਫੀਨੇਸ਼ਨ ਹੈ। ਇਸ ਦੇ ਵਿੱਚ ਬ੍ਰੇਨ ਇਨਵੋਲਵ ਨਹੀਂ ਹੁੰਦਾ, ਅੱਗੇ ਜਾ ਕੇ ਕਲੀਅਰ ਹੋਏਗਾ। ਬ੍ਰੇਨ ਨੂੰ ਪਤਾ ਜ਼ਰੂਰ ਹੁੰਦਾ ਰਿਫਲੈਕਸ ਐਕਸ਼ਨ ਦਾ, ਪਰ ਇਸ ਨੂੰ ਸਪਾਈਨਲ ਕੋਡ ਕਰ ਦਿੰਦੀ ਹੈ। ਰਿਫਲੈਕਸ ਆਰਕ ਕੀ ਹੈ? ਰਿਫਲੈਕਸ ਆਰਕ ਜਦੋਂ ਹੀ ਬਾਡੀ ਹੌਟ ਆਬਜੈਕਟ ਨੂੰ ਟੱਚ ਕਰਦੀ ਆ ਤਾਂ ਇੱਕ ਮੈਸੇਜ, ਜਿਸ ਤਰ੍ਹਾਂ ਦੱਸਿਆ, ਨਿਊਰੋਨ ਰਾਹੀਂ ਜਾਂਦਾ ਹੈ। ਜਿਸ ਪਾਥ ਰਾਹੀਂ, ਜਿਸ ਨਰਵ ਰਾਹੀਂ ਮੈਸੇਜ ਆਉਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸੈਂਸਰੀ ਨਰਵ। ਸੈਂਸਰੀ ਨਰਵ। ਅਤੇ ਇਹ ਕੌਣ ਰਿਸੈਪਟ ਕਰਦਾ? ਸਪਾਈਨਲ ਕੋਡ। ਸਪਾਈਨਲ ਕੋਡ ਬ੍ਰੇਨ ਤੋਂ ਥੋੜ੍ਹਾ ਪਹਿਲਾਂ ਆ ਜਾਂਦੀ ਹੈ। ਇੱਕ ਵਾਰ ਫਿਗਰ ਦੇ ਵਿੱਚ ਸਪਾਈਨਲ ਕੋਡ ਕਲੀਅਰ ਕਰ ਲਓ। ਦਿਸ ਇਜ਼ ਦੀ ਸਪਾਈਨਲ ਕੋਡ। ਇਹ ਬ੍ਰੇਨ ਹੈ, ਇਸ ਤੋਂ ਪਹਿਲਾਂ ਸਪਾਈਨਲ ਕੋਡ ਹੈ। ਸਪਾਈਨਲ ਕੋਡ ਕੋਲ ਸਿਗਨਲ ਜਾਂਦਾ ਹੈ ਅਤੇ ਸਪਾਈਨਲ ਕੋਡ ਹੀ ਐਕਸ਼ਨ ਲੈ ਲੈਂਦੀ ਹੈ, ਬ੍ਰੇਨ ਐਕਸ਼ਨ ਨਹੀਂ ਲੈਂਦਾ। ਬ੍ਰੇਨ ਉਦੋਂ ਐਕਸ਼ਨ ਲੈਂਦਾ ਜਦੋਂ ਕੋਈ ਥਿੰਕਿੰਗ ਦਾ ਕੰਮ ਹੈ। ਜਿਹੜੇ ਰਿਫਲੈਕਸ ਐਕਸ਼ਨ ਹਨ, ਸਡਨ ਕੰਮ ਹਨ, ਉਹ ਸਪਾਈਨਲ ਕੋਡ ਹੀ ਲੈ ਲੈਂਦੀ ਹੈ। ਬ੍ਰੇਨ ਨੂੰ ਇਸ ਬਾਰੇ ਪਤਾ ਹੁੰਦਾ ਹੈ, ਪਰ ਬ੍ਰੇਨ ਦਾ ਇਹਦੇ ਵਿੱਚ ਕੋਈ ਥਿੰਕਿੰਗ ਨਹੀਂ ਹੁੰਦੀ। ਇਟ ਇਜ਼ ਜਸਟ ਕੰਟਰੋਲਡ ਬਾਏ ਸਪਾਈਨਲ ਕੋਡ। ਤੋ ਰਿਫਲੈਕਸ ਆਰਕ ਕੀ ਹੈ? ਜਦੋਂ ਹੀ ਸਿਗਨਲ ਸਪਾਈਨਲ ਕੋਡ 'ਤੇ ਜਾਂਦਾ ਹੈ, ਸਪਾਈਨਲ ਕੋਡ ਐਕਸ਼ਨ ਲੈ ਕੇ
ਮੋਟਰ ਨਿਊਰੋਨ ਨੂੰ ਦੇ ਦਿੰਦੀ ਹੈ। ਮੋਟਰ ਨਿਊਰੋਨ ਕੀ ਹੈ? ਉਹ ਨਰਵ ਜਿਸ ਨੇ ਮਸਲ ਤੋਂ ਐਕਸ਼ਨ ਕਰਵਾਉਣਾ ਹੈ। ਇਹ ਮਸਲ ਹੈ, ਇਸ ਨੇ ਮਸਲ ਨੂੰ ਸਿਗਨਲ ਦੇ ਦੇਣਾ ਅਤੇ ਮਸਲ ਨੇ ਮੂਵਮੈਂਟ ਕਰਨੀ ਹੈ, ਅਸੀਂ ਹੱਥ ਪਿੱਛੇ ਖਿੱਚ ਲੈਣਾ। ਇਸ ਪਾਥ ਨੂੰ ਸਾਰੇ ਨੂੰ ਇਸ ਨੂੰ ਕਿਹਾ ਜਾਂਦਾ ਹੈ ਰਿਫਲੈਕਸ ਆਰਕ। ਰਿਫਲੈਕਸ ਆਰਕ ਦੀ ਸ਼ਾਰਟੈਸਟ path to perform reflex action is called reflex arc। ਇਸ ਨੂੰ ਰਿਫਲੈਕਸ ਆਰਕ ਕਿਹਾ ਜਾਂਦਾ ਹੈ। Reflex arcs have evolved in animals because the thinking process of brain is not fast enough। ਐਨੀਮਲਸ ਦੇ ਵਿੱਚ ਬ੍ਰੇਨ ਜ਼ਿਆਦਾ ਡਿਵੈਲਪ ਨਹੀਂ ਹੁੰਦਾ ਮਨੁੱਖ ਨਾਲੋਂ, ਇਸ ਲਈ ਉਹਦੇ ਵਿੱਚ ਜ਼ਿਆਦਾ ਕੰਮ ਜਿਹੜਾ ਹੈ ਉਹ ਰਿਫਲੈਕਸ ਆਰਕ ਹੀ ਪਰਫੋਰਮ ਕਰਦੀ ਹੈ। ਸੋ ਰਿਫਲੈਕਸ ਆਰਕ ਕੀ ਹੈ? ਰਿਸੈਪਟਰ ਜਦੋਂ ਵੀ ਸਿਗਨਲ ਰਿਸੀਵ ਕਰਿਆ ਉਹ ਸੈਂਸਰੀ ਨਿਊਰੋਨ ਦੀ ਡੈਫੀਨੇਸ਼ਨ ਵਿੱਚ ਮੂਵਜ਼ ਦੀ ਸਿਗਨਲ ਫਰਾਮ ਰਿਸੈਪਟਰ ਟੂ ਸਪਾਈਨਲ ਕੋਡ। ਜਿਹੜੀ ਰਿਸੈਪਟਰ ਤੋਂ ਸਪਾਈਨਲ ਕੋਡ ਤੱਕ ਸਿਗਨਲ ਲੈ ਕੇ ਜਾਂਦੀ ਹੈ ਉਹ ਨਾੜੀ ਕੀ ਹੈ? ਸੈਂਸਰੀ ਨਿਊਰੋਨ। ਐਂਡ ਵਿਚ ਕੀਪਸ ਸਿਗਨਲ ਫਰਾਮ ਸਪਾਈਨਲ ਕੋਡ ਟੂ ਮਸਲ। ਜਿਹੜੀ ਮਸਲ ਕੋਡ ਤੋਂ ਮਸਲ ਤੱਕ ਮੈਸੇਜ ਲੈ ਕੇ ਆਉਂਦੀ ਹੈ ਉਹ ਹੈ ਮੋਟਰ ਨਿਊਰੋਨ। ਐਂਡ ਦਿਸ ਪਾਥ ਇਜ਼ ਕਾਲਡ ਰਿਫਲੈਕਸ ਆਰਕ। ਇਸ ਨੂੰ ਰਿਫਲੈਕਸ ਆਰਕ ਕਿਹਾ ਗਿਆ ਹੈ। ਸੋ ਨੈਕਸਟ ਜਿਹੜਾ ਸਾਡਾ ਟੌਪਿਕ ਹੋਏਗਾ ਉਹ ਹੋਏਗਾ ਹਿਊਮਨ ਬ੍ਰੇਨ। ਹਿਊਮਨ ਬ੍ਰੇਨ ਦੇ ਕਿਹੜੇ ਪਾਰਟ ਹਨ, ਕਿਵੇਂ ਕੰਮ ਕਰਦਾ ਹੈ ਅਤੇ ਕਿਹੜਾ ਪਾਰਟ ਕੀ ਕੰਮ ਕਰਦਾ ਹੈ ਉਹ ਇਸ ਵਿੱਚ ਅਸੀਂ ਪੜ੍ਹਾਂਗੇ। ਤੁਸੀਂ ਬੇਟੇ ਇਹ ਪੜ੍ਹ ਲੈਣਾ ਹੈ ਪਹਿਲਾਂ ਰਿਫਲੈਕਸ ਆਰਕ ਕੀ ਹੈ ਅਤੇ ਰਿਫਲੈਕਸ ਐਕਸ਼ਨ ਕੀ ਹੈ, ਨਿਊਰੋਨ ਦੇ ਕਿਹੜੇ ਪਾਰਟ ਹਨ, ਨਿਊਰੋਨ ਕਿਸ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਧਿਆਨ ਨਾਲ ਵੀਡੀਓ ਨੂੰ ਸੁਣ ਲੈਣਾ ਹੈ, ਸਮਝ ਲੈਣਾ ਹੈ। ਥੈਂਕ ਯੂ ਬੇਟੇ, ਹੈਵ ਅ ਨਾਈਸ ਡੇ।